ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸੇ ਜਗਿਆਸੂ ਨੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੂੰ ਇੱਕ ਪੱਤਰ ਲਿਖਿਆ, ਜਿਸ ਵਿੱਚ ਆਪਣਾ ਦੁੱਖ ਦਾ ਹਾਲ ਦਰਸਾਇਆ ਤੇ ਫਿਰ ਆਪਣੇ ਮਨ ਦੀ ਡੋਲਨ ਅਵਸਥਾ ਦਾ ਜ਼ਿਕਰ ਕੀਤਾ। ਸੋ ਭਾਈ ਸਾਹਿਬ ਜੀ ਨੇ ਉਹਨਾਂ ਦੇ ਪੱਤਰ ਦਾ ਜਵਾਬ ਇੱਕ ਪੱਤਰ ਰਾਹੀਂ ਦਿੱਤਾ, ਜਿਸ ਵਿੱਚ ਆਪ ਜੀਆਂ ਨੇ ਉਹਨਾਂ ਨੂੰ ਸੇਧ ਬਖਸ਼ੀ ਤੇ ਉਸ ਦੀ ਸੁਰਤ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਸ ਪੱਤਰ ਨੂੰ ਅਸੀਂ ਇਸ ਦੇ ਮਜ਼ਮੂਨ ਅਨੁਸਾਰ ਇਸ ਦਾ ਸਿਰਲੇਖ ਦਿਆਂਗੇ ਕਿ ਦੁੱਖ ਵਿੱਚ ਡੋਲਣ ਤੋਂ ਕਿਵੇਂ ਬਚਿਆ ਜਾ ਸਕਦਾ ਹੈ। ਆਓ ਪਿਆਰ ਨਾਲ ਸਰਵਣ ਕਰੀਏ ਜੀ। ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤਸਰ 25 ਜੂਨ 1934। ਸ੍ਰੀ ਕਿਰਪਾਲੂ ਜੀਓ, ਆਪ ਜੀ ਦਾ ਪੱਤਰ 16 ਮਈ 1934 ਦਾ ਪੁੱਜਾ। ਅਖਨੂਰ ਦੀ ਦੁਖਦਾਈ ਘਟਨਾ ਪੜ੍ਹੀ ਸੁਣੀ ਹੈ ਤੇ ਭਾਈ ਮਨੋਹਰ ਸਿੰਘ ਜੀ ਦੀ ਮਾਤਾ ਭਰਾਤਾ ਦੇ ਦਰਸ਼ਨ ਵੀ ਹੋਏ ਹਨ, ਜੋ ਕਿ ਬਰਖੁਰਦਾਰ ਦੇ ਬਿਰਹੇ ਵਿੱਚ ਜ਼ਖਮ ਖੁਰਦਾ ਸਨ। ਇਹ ਘਟਨਾ ਐਸੀ ਹੋਈ ਹੈ ਕਿ ਜਿਸ ਨੂੰ ਸੁਣ ਕੇ ਸਭ ਦੇ ਹਿਰਦੇ ਪੰਗਰਦੇ ਹਨ ਤੇ ਟੁਰਗਿਆਂ ਲਈ ਅਰਦਾਸ ਵਿੱਚ ਤੇ ਪਿਛਲਿਆਂ ਲਈ ਹਮਦਰਦੀ ਵਿੱਚ ਦਿਲ ਵਹਿ ਟੁਰਦੇ ਹਨ। ਪਰੰਤੂ ਕੁਝ ਸੰਸਾਰ ਦੀ ਰਚਨਾ ਐਸੀ ਹੈ ਕਿ ਦੁੱਖ ਜਗਤ ਵਿੱਚ ਬਹੁਤ ਹੈ ਤੇ ਸਾਰੇ ਪ੍ਰਵਿਰਤ ਹਨ। ਕਿਤੇ ਭੂਚਾਲ, ਕਿਤੇ ਟਾਈਫੂਨ, ਕਿਤੇ ਹੜ੍ਹ, ਕਿਤੇ ਜੰਗ, ਕਿਤੇ ਮਰੀਆਂ, ਕਿਤੇ ਅੱਗਾਂ ਦੇ ਹਾਦਸੇ ਹੁੰਦੇ ਹੀ ਰਹਿੰਦੇ ਹਨ। ਸ੍ਰੀ ਗੁਰੂ ਜੀ ਨੇ ਵੀ ਜਗਤ ਜਲੰਦਾ ਵੇਖ ਕੇ ਦਰਦ ਫੀਲ ਕੀਤਾ ਤੇ ਆਖਿਆ ਸੀ, ਨਾਨਕ ਦੁਖੀਆ ਸਭ ਸੰਸਾਰ, ਤੇ ਅਰਦਾਸ ਕੀਤੀ ਸੀ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੈ ਤਿਤੈ ਲਿਓ ਉਬਾਰ। ਇਸ ਅਰਦਾਸ ਦੇ ਨਾਲ ਮਨੁੱਖ ਨੂੰ ਆਪ ਕੁਝ ਹੀਲਾ ਕਰਨ ਲਈ ਵੀ ਰਸਤੇ ਪਾਇਆ ਤੇ ਫਰਮਾਇਆ ਸੀ, ਮੰਨੇ ਨਾਉ ਸੋਈ ਜਣ ਜਾਏ, ਔਰੀ ਕਰਮ ਨਾ ਲੇਖੈ ਲਾਏ। ਆਪ ਨੂੰ ਵੀ ਜੋ ਇਸ ਵੇਲੇ ਅਖਨੂਰ ਦੀ ਕਸ਼ਟਣੀ ਝੱਲਣੀ ਪਈ ਹੈ, ਉਹਨਾਂ ਹੋਣੀਆਂ ਵਿੱਚੋਂ ਹੈ ਜਿਸ ਪੁਰ ਮਨੁੱਖ ਦੀ ਕੁਦਰਤ ਨਹੀਂ ਹੈ। ਤੇ ਆਪ ਨੇ ਆਪਣੇ ਦਿਲ ਦਾ ਜੋ ਡੋਲਣਾ ਹਾਲ ਲਿਖਿਆ ਹੈ, ਉਸ ਨਾਲ ਪੜ੍ਹ ਕੇ ਦਿਲੀ ਹਮਦਰਦੀ ਤੇ ਦੁੱਖ ਵੰਡਾਵਣ ਦਾ ਭਾਵ ਉਪਜਦਾ ਹੈ। ਪਰ ਇਨਸਾਨ ਨਾਲ ਦਿਲੀ ਭਾਵ ਵੀ ਪ੍ਰਗਟ ਕਰ ਸਕਦਾ ਹੈ। ਮਰਮ ਅਸਥਾਨਾਂ ਦੀ ਪੀੜਾ ਤਾਂ ਜਿਸ ਤਨ ਨੂੰ ਵਾਪਰਦੀ ਹੈ, ਉਸੇ ਤਨ ਨੂੰ ਹੀ ਝੱਲਣੀ ਪੈਂਦੀ ਹੈ। ਬੱਚਾ ਦਰਦ ਨਾਲ ਤੜਫਦਾ ਹੋਵੇ, ਮਾਂ ਕੋਲ ਬੈਠੀ ਟਕੋਰ ਕਰ ਸਕਦੀ ਹੈ, ਦਵਾ ਦੇ ਸਕਦੀ ਹੈ, ਹਮਦਰਦੀ ਨਾਲ ਰੋ ਸਕਦੀ ਹੈ। ਪਰ ਜਿਸ ਟਿਕਾਣੇ ਬੱਚੇ ਨੂੰ ਪੀੜਾ ਹੈ, ਉੱਥੇ ਪਹੁੰਚ ਕੇ ਪੀੜਾ ਨੂੰ ਤੋੜ ਕੇ ਪਰੇ ਨਹੀਂ ਸਿੱਟ ਸਕਦੀ। ਇਸ ਤਰ੍ਹਾਂ ਬਹੁਤੇ ਦੁੱਖਾਂ ਵਿੱਚ ਤਾਂ ਹਮਦਰਦੀ ਦੇ ਪ੍ਰਕਾਸ਼ ਦੇ ਸਿਵਾ ਕੋਈ ਕਿਸੇ ਦੀ ਸਹਾਇਤਾ ਨਹੀਂ ਕਰ ਸਕਦਾ। ਹਾਂ, ਬਾਜ਼ੇ ਦੁੱਖ ਐਸੇ ਹਨ ਕਿ ਜਿਨ੍ਹਾਂ ਵਿੱਚ ਕੁਝ ਅਮਲੀ ਮਦਦ ਹੋ ਸਕਦੀ ਹੈ, ਪਰੰਤੂ ਮੌਜੂਦ ਦੁੱਖ ਜੋ ਮਾਤਾ ਭਰਾਤਾ ਤੇ ਆਪ ਨੂੰ ਬੱਚੇ ਦੇ ਵਿਛੋੜੇ ਦਾ ਹੋਇਆ ਹੈ, ਉਸ ਨੂੰ ਦਾਰੂ ਕੌਣ ਲਾ ਸਕਦਾ ਹੈ। ਐਸੇ ਦੁੱਖਾਂ ਨੂੰ ਜਗਤ ਵਿੱਚ ਵੇਖ ਕੇ, ਜਗਤ ਪੀੜਾ ਨੂੰ ਵੇਖ ਕੇ ਦਰਵਣ ਵਾਲੇ ਤੇ ਦਾਰੂ ਲਾਉਣ ਵਾਲੇ ਗੁਰੂ ਬਾਬਾ ਜੀ ਨੇ ਫਰਮਾਇਆ ਸੀ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਾਕਤਵਰ ਜਮਦੂਤ, ਇੱਕ ਦੁੱਖ ਰੋਗ ਲਗੈ ਤਨ ਤਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਚਾਰ ਮਹਾਨ ਦੁੱਖ ਅਸਲ ਦੁੱਖ ਹਨ। ਸੋ ਆਪ ਦੇ ਵਿਯੋਗ ਵਿੱਚ ਦਿਲੀ ਹਮਦਰਦੀ ਹੀ ਅਰਪਣ ਹੈ। ਗੁਰੂ ਮਿਹਰ ਕਰੇ ਤੇ ਸੁਖ ਸ਼ਾਂਤੀ ਬਖਸ਼ੇ। ਬਾਕੀ ਰਹੇ ਆਪ ਦੇ ਪ੍ਰਸ਼ਨ। ਇਹਨਾਂ ਉੱਪਰਲੇ ਦੁੱਖਾਂ ਨੂੰ ਦੇਖ ਤੇ ਇਸੇ ਕਿਸਮ ਦੇ ਪ੍ਰਸ਼ਨ ਲੈ ਕੇ ਸ੍ਰੀ ਬੁੱਧ ਜੀ ਰਾਜ ਛੋੜ ਕੇ ਸੰਸਾਰ ਵਿੱਚ ਨਿਕਲੇ ਸਨ ਤੇ ਅਖੀਰ ਉਹਨਾਂ ਨੇ ਇਨਸਾਨ ਦੇ ਦਰੁਸਤ ਤਰੀਕੇ ਨਾਲ ਜੀਵਨ ਬਸਰ ਕਰਨ ਦੇ ਅਸੂਲਾਂ ਨੂੰ ਲੱਭ ਕੇ ਦੱਸਿਆ ਸੀ ਕਿ ਇਹਨਾਂ ਨਾਲ ਵਾਸ਼ਨਾ ਜਿੱਤੀਦੀ ਹੈ ਤੇ ਵਾਸ਼ਨਾ ਦੇ ਜਿੱਤਣ ਨਾਲ ਜਨਮ ਮਰਨ ਘਟੀਂਦਾ ਹੈ ਤੇ ਨਿਰਵਾਣ ਦੀ ਹਾਲਤ ਲੱਭਦੀ ਹੈ।
ਉਹਨਾਂ ਨੇ ਸਮੁੱਚੇ ਤੌਰ ਤੇ ਸਾਰੀ ਬੁਝਾਰਤ ਨੂੰ ਐਉਂ ਹੱਲ ਕੀਤਾ ਸੀ। ਇਸ ਵਿੱਚ ਜੇ ਆਦਰਸ਼ਕ ਜੀਵਨ ਬਸਰ ਕੀਤਾ ਜਾਏ ਤਾਂ ਜੀਵ ਲਗਭਗ ਸੰਨਿਆਸ ਵਿੱਚ ਚਲਾ ਜਾਂਦਾ ਹੈ। ਇਸ ਵਿੱਚ ਜਗਤ ਦੇ ਅੰਤਲੇ ਆਧਾਰ ਵੱਲ ਦ੍ਰਿਸ਼ਟੀ ਨਹੀਂ ਉੱਠਦੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਪੀੜਾ ਦੇਖੀ ਤੇ ਸੰਸਾਰ ਤਿਆਗ ਕੇ ਉਦਾਸੀ ਲਈ ਤੇ 5 ਵੇਰ ਲਗਭਗ ਉਸ ਵੇਲੇ ਦੇ ਪ੍ਰਸਿੱਧ ਜਗਤ ਵਿੱਚ ਫਿਰੇ ਤੇ ਹਰ ਮਤ ਦੇ ਫਕੀਰਾਂ ਨੂੰ ਮਿਲੇ ਤੇ ਤੀਰਥਾਂ ਪੁਰ ਪੁੱਜ ਕੇ ਭਲੇ ਪੁਰਖਾਂ ਨਾਲ ਗੋਸ਼ਟਾਂ ਕੀਤੀਆਂ। ਉਹਨਾਂ ਨੇ ਇਸ ਦਾ ਇਲਾਜ ਇਸ ਗੱਲ ਵਿੱਚ ਦੱਸਿਆ ਕਿ ਜਗਤ ਦਾ ਮੂਲ ਕਾਰਨ ਇੱਕ ਸਦਾ ਸਥਿਰ ਸ਼ਕਤੀ ਤੇ ਵਜੂਦ ਹੈ। ਉਹ ਕਲੇਸ਼ ਕਸ਼ਟ ਦੁੱਖ ਤੋਂ ਰਹਿਤ ਹੈ। ਉਸ ਦੀ ਨਿਕਟਤਾ ਇਹਨਾਂ ਕਲੇਸ਼ਾਂ ਕਸ਼ਟਾਂ ਦੁੱਖਾਂ ਤੋਂ ਛੁਡਾਉਂਦੀ ਹੈ ਤੇ ਕਿਸੇ ਸੁੱਖ ਤੇ ਆਰਾਮ ਵਿੱਚ ਲੈ ਜਾਂਦੀ ਹੈ। ਉਸ ਤੋਂ ਦੂਰੀ ਹੋਣੀ ਦੁੱਖਾਂ ਦੀ ਦਾਤੀ ਹੈ। ਜਿਵੇਂ ਸਿਆਲੇ ਵਿੱਚ ਅੱਗ ਦੇ ਨੇੜੇ ਰਿਹਾਂ ਸੀ ਯਾਨੀ ਪਾਲੇ ਦਾ ਦੁੱਖ ਨਹੀਂ ਲੱਗਦਾ ਤੇ ਅੱਗ ਤੋਂ ਦੂਰ ਹੋਇਆਂ ਸੀ ਦਾ ਦੁੱਖ ਬਾਲਾ ਵਾਪਰਦਾ ਹੈ। ਇਸ ਨਿਕਟਤਾ ਦੀ ਪ੍ਰਾਪਤੀ ਦਾ ਉਪਰਾਲਾ ਆਪ ਨੇ ਉਸ ਅਨੰਤ ਨਾਲ ਆਪਣੇ ਦਿਲ ਨੂੰ ਲਾਈ ਰੱਖਣਾ ਦੱਸਿਆ ਤੇ ਇਸ ਉਪਰਾਲੇ ਦਾ ਸਾਧਨ ਉਸ ਦਾ ਨਾਮ ਸਿਮਰਨ ਦੱਸਿਆ ਤੇ ਸਿਮਰਨ ਦੀ ਪ੍ਰਾਪਤੀ ਲਈ ਨਾਮ ਦਾ ਜਪ ਦੱਸਿਆ। ਇਸ ਸਾਧਨ ਨੂੰ ਫਲ ਲੱਗਣ ਵਾਸਤੇ ਆਪ ਨੇ ਇਸ ਦਾ ਇੱਕ ਉਦਾਲਾ ਪੁਦਾਲਾ ਦੱਸਿਆ ਜੋ ਕਿ ਸਤਸੰਗ, ਕਿਸੇ ਭਲੇ ਨਾਮੀ ਪੁਰਖ ਦਾ ਸਤਸੰਗ, ਗੁਰਦੁਆਰੇ ਗੁਰਧਾਮਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕੀਰਤਨ ਕਥਾ ਆਦਿ ਹੈ। ਇਸ ਰਾਹੇ ਪਿਆ ਮਨ ਉਸ ਅਨੰਤ ਵੱਲ, ਇਸ ਦਿਸਦੇ ਵਸਦੇ ਸੰਸਾਰ ਦੀ ਅਸਲੀਅਤ ਵੱਲ, ਇਸ ਦੀ ਅਲਟੀਮੇਟ ਰਿਐਲਿਟੀ ਵੱਲ ਰੁਖ ਕਰਦਾ ਕਰਦਾ ਇੰਨਾ ਨੇੜੇ ਹੋ ਜਾਂਦਾ ਹੈ ਕਿ ਫਿਰ ਉਸ ਦੇ ਗੁਣਾਂ ਦਾ ਸਾਂਝੀਵਾਲ ਹੋ ਕੇ ਕਿਸੇ ਉਚੇਰੇ ਹਾਲ ਵਿੱਚ ਅਪੜਦਾ ਹੈ ਜਿੱਥੇ ਜਾ ਕੇ ਕਿਉਂ ਹੋਇਆ ਤੇ ਕਿਉਂ ਹੋਇਆ ਆਦਿ ਦੇ ਸਾਰੇ ਪ੍ਰਸ਼ਨ ਸ਼ਾਂਤ ਹੋ ਜਾਂਦੇ ਹਨ। ਮਨ ਦੇ ਅੰਦਰ ਇੱਕ ਆਧਾਰ ਬਚ ਜਾਂਦਾ ਹੈ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਹੈ ਆਧਾਰ। ਅੰਦਰਲਾ ਇੱਕ ਟਿਕਾਉ ਤੇ ਉਚੈਣ ਤੇ ਆ ਜਾਂਦਾ ਹੈ ਤੇ ਜਗਤ ਵਿੱਚ ਹੋ ਰਹੇ ਹਾਲਾਤ ਤੇ ਵਾਪਰ ਰਹੀਆਂ ਹੋਣੀਆਂ ਵਿੱਚ ਘਬਰਾ ਘਟ ਜਾਂਦਾ ਹੈ ਤੇ ਕਈ ਵਾਰ ਹਟ ਹੀ ਜਾਂਦਾ ਹੈ ਤੇ ਮਨ ਦਾ ਰੁਖ ਕੁਝ ਇਸ ਕਿਸਮ ਦਾ ਬਣ ਜਾਂਦਾ ਹੈ। ਨਾਮੀ ਪੁਰਖ ਦੀ ਕਾਲ ਬਾਰੰਬਾਰ ਬਾਰ ਪ੍ਰਭ ਜਪੀਐ, ਪੀ ਅੰਮ੍ਰਿਤ ਇਹ ਮਨ ਤਨ ਤਰਪੀਐ। ਤੇ ਹੋਣਹਾਰਾਂ ਨਾਲ ਨਾਮੀ ਪੁਰਖ ਦਾ ਰੁਖ ਜੋ ਹੋਆ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਇਹ ਤਾਂ ਹੈ ਅਮਲੀ ਤਰੀਕਾ ਦੁੱਖਾਂ ਤੋਂ ਛੁੱਟਣੇ ਦਾ। ਇਹ ਅਮਲ ਵਾਲੇ ਕੰਮ ਤਾਂ ਕਰਦੇ ਹਨ ਪਰ ਕਰਮਾਂ ਦੇ ਫਲ ਤੋਂ ਨਿਰਵਾਸ਼ ਰਹਿੰਦੇ ਹਨ। ਮੌਤ ਤੇ ਦੁੱਖ ਨੂੰ ਕੋਈ ਸ਼ੈ ਨਹੀਂ ਸਮਝਦੇ। ਮਨ ਦਾ ਦਾਇਰਾ ਤੇ ਹੌਸਲਾ ਉੱਚਾ ਹੋ ਜਾਂਦਾ ਹੈ। ਦੁੱਖ ਅਵਲ ਤਾਂ ਪਾਉਂਦੇ ਨਹੀਂ ਪਰ ਅਵਸਥਾ ਅਨੁਸਾਰ ਜੇ ਪਾਉਂਦੇ ਹਨ ਤਾਂ ਇੰਨਾ ਜ਼ਰੂਰ ਹੋ ਜਾਂਦਾ ਹੈ ਕਿ ਦੁੱਖ ਆਉਂਦੇ ਹਨ ਪਰ ਸੰਤਾਪ ਨਹੀਂ ਦਿੰਦੇ। ਯਥਾ ਪ੍ਰਭ ਕੈ ਸਿਮਰਨ ਦੁੱਖ ਨਾ ਸੰਤਾਪੈ। ਪਹਿਲੀ ਅਵਸਥਾ ਵਿੱਚ ਇਹ ਲੋਕ ਦੁੱਖਾਂ ਕਸ਼ਟਾਂ ਹੋਣੀਆਂ ਨੂੰ ਆਪਣੇ ਕਰਮਾਂ ਦਾ ਫਲ ਸਮਝਦੇ ਹਨ। ਯਥਾ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਜਦੋਂ ਨਾਮ ਦੀ ਅਵਸਥਾ ਪੱਕਦੀ ਜਾਂਦੀ ਹੈ ਤਾਂ ਕੀ ਦੇਖਦੇ ਹਨ ਕਿ ਪਾਈ ਦਾ ਤਾਂ ਕਰਮਾਂ ਦਾ ਫਲ ਆਪਣਿਆਂ ਦਾ ਹੈ ਪਰ ਕਰਮਾਂ ਆਪਣਿਆਂ ਦਾ ਫਲ ਦਾਤਾ ਕਿਸੇ ਅਜਿਹੀ ਸ਼ਕਲ ਵਿੱਚ ਦਿੰਦਾ ਹੈ ਜਿਸ ਨੂੰ ਅਸੀਂ ਨਹੀਂ ਸਮਝ ਸਕਦੇ। ਉਹ ਜਗਤਾ ਧਾਰ ਹੈ। ਸਿਮਰਨ ਨਾਲ ਨਜ਼ਰ ਉਸ ਵੱਲ ਉੱਠ ਰਹੀ ਹੁੰਦੀ ਹੈ, ਨਿਕਟਤਾ ਪ੍ਰਾਪਤ ਹੋ ਰਹੀ ਹੁੰਦੀ ਹੈ। ਫਿਰ ਇਹ ਦਿਸਣ ਲੱਗ ਪੈਂਦਾ ਹੈ ਕਿ ਸਭ ਕੁਝ ਹੁਕਮ ਹੈ ਤੇ ਹੁਕਮ ਦੇਣ ਵਾਲਾ ਮੇਰਾ ਪ੍ਰੀਤਮ ਹੈ ਜਿਸ ਦੇ ਮੈਂ ਨੇੜੇ ਜਾ ਰਿਹਾ ਹਾਂ ਤੇ ਉਹ ਸਾਜਨ ਹੈ, ਮਿੱਤਰ ਹੈ। ਫਿਰ ਇਸ ਤਰ੍ਹਾਂ ਦੇ ਭਾਵ ਉੱਠਣ ਲੱਗ ਪੈਂਦੇ ਹਨ, ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਅਸਨਾਈ। ਜੋ ਕੁਛ ਹੁੰਦਾ ਹੈ ਉਸ ਤੋਂ ਤੇ ਉਹ ਜੋ ਕੁਛ ਕਰਦਾ ਹੈ ਮਿੱਤਰਤਾ ਹੈ।
ਇਸ ਤਰ੍ਹਾਂ ਨਾਮ ਅਭਿਆਸ ਨਾਲ ਦ੍ਰਿਸ਼ਟੀ ਬਦਲਦੀ ਕਿਤੇ ਟਿਕਾਣੇ ਜਾ ਕੇ ਵਿਸ਼ਵਾਸ ਦੇ ਘਰ ਟਿਕ ਜਾਂਦੀ ਹੈ। ਫਿਰ ਅੱਗੇ ਸਤਿਗੁਰ ਦੱਸਦੇ ਹਨ ਕਿ ਤਤ ਗਿਆਨ ਨਾਲ ਹੀ ਮੰਜ਼ਿਲ ਹੈ। ਜਾਂ ਕੈ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਇਹ ਕੁਛ ਤਾਂ ਸਤਿਗੁਰ ਦਾ ਮਾਰਗ ਸ੍ਰੀ ਗੁਰਬਾਣੀ ਵਿੱਚੋਂ, ਉਹਨਾਂ ਦੇ ਜੀਵਨ ਵਿੱਚੋਂ ਤੇ ਨਾਮੀ ਪੁਰਖਾਂ ਦੇ ਸਤਸੰਗ ਵਿੱਚੋਂ ਸਮਝੇ ਪੈਂਦਾ ਹੈ। ਜੇ ਹੁਣ ਅਸੀਂ ਪ੍ਰਸ਼ਨਾਂ ਨੂੰ ਜੋ ਜਗਤ ਵਿੱਚ ਬੱਧੀ ਵੇਖ ਕੇ ਅਤੇ ਜਗਤ ਵਿੱਚ ਪੀੜਾ ਵੇਖ ਕੇ ਉਪਜਦੇ ਹਨ, ਦਿਮਾਗੀ ਤਾਕਤ ਨਾਲ ਹੱਲ ਕਰਨਾ ਚਾਹੀਏ ਤਾਂ ਉਹ ਹੱਲ ਘੱਟ ਆਉਂਦੇ ਹਨ, ਕਿਉਂਕਿ ਸਾਡਾ ਮਨ ਸਾਕਤ ਅਵਸਥਾ ਵਿੱਚ ਹੈ। ਜਿਵੇਂ ਕਿਸੇ ਦੇ ਘਰ ਬਿਜਲੀ ਦਾ ਲੈਂਪ ਹੋਵੇ ਤੇ ਬਿਜਲੀ ਘਰ ਨਾਲ ਉਸਦਾ ਸੰਬੰਧ ਸਾਕਤ ਹੋਇਆ ਹੋਵੇ, ਭਾਵ ਟੁੱਟਾ ਹੋਇਆ ਹੋਵੇ, ਤਾਂ ਉਸ ਵਿੱਚ ਬਿਜਲੀ ਦੀ ਰਾਉ ਨਹੀਂ ਆਉਂਦੀ। ਇਸੇ ਤਰ੍ਹਾਂ ਜੋ ਮਨ ਆਪਣੇ ਆਤਮ ਆਧਾਰ ਅਨੰਤ ਨਾਲ ਨਹੀਂ ਲੱਗ ਰਿਹਾ, ਉਹ ਅੰਤ ਵਿੱਚ ਹੈ। ਉਸ ਦੀ ਦ੍ਰਿਸ਼ਟੀ ਅੰਤ ਵਾਲੀ ਹੈ। ਉਹ ਮੋਹ ਮਾਇਆ ਵਿੱਚ ਵੇੜਿਆ ਹੋਇਆ ਹੈ। ਉਸ ਦੀ ਨਜ਼ਰ ਥੋੜ੍ਹੀ ਦੂਰ ਤੱਕ ਜਾਂਦੀ ਹੈ ਤੇ ਛੋਟੇ ਦਾਇਰੇ ਦੇ ਦੁੱਖਾਂ ਸੁੱਖਾਂ ਵਿੱਚ ਘਾਬਰਦੀ ਹੈ ਜਾਂ ਬਫਾਉਂਦੀ ਹੈ। ਜਿਸ ਤਰ੍ਹਾਂ ਇੱਕ ਬੱਚੇ ਦਾ ਖਿਡੌਣਾ ਟੁੱਟ ਜਾਣ ਨਾਲ ਡਾਢੀ ਬੁਰੀ ਹਾਲਤ ਹੁੰਦੀ ਹੈ ਤੇ ਰੋਣ ਦਾ ਹੱਥ ਨਹੀਂ ਆਉਂਦਾ, ਪਰ ਉਹ ਬੱਚਾ ਵੱਡਾ ਹੋ ਕੇ ਜਦੋਂ ਉਸ ਦੀ ਦ੍ਰਿਸ਼ਟੀ ਜ਼ਰਾ ਕੋ ਵਿਸ਼ਾਲ ਹੁੰਦੀ ਹੈ ਤਾਂ ਖਿਡੌਣੇ ਟੁੱਟਣ ਨਾਲ ਦੁਖੀ ਨਹੀਂ ਹੁੰਦਾ। ਇਸੀ ਤਰ੍ਹਾਂ ਦੀ ਕੁਛ ਇੱਧਰ ਹਾਲਤ ਹੈ। ਜਦੋਂ ਨਾਮ ਜਪਦਾ ਹੈ ਤਾਂ ਰੁਖ ਅੰਤਰਮੁਖ ਹੋਣਾ ਸ਼ੁਰੂ ਹੁੰਦਾ ਹੈ। ਜਿੱਥੇ ਜਾ ਕੇ ਆਊਟਲੁੱਕ ਦ੍ਰਿਸ਼ਟੀ ਨੇ ਬਦਲਣਾ ਹੈ। ਨਾਮ ਜਦ ਅੱਠ ਪਹਿਰਾ ਹੋ ਜਾਂਦਾ ਹੈ ਤਾਂ ਨਾਮੀ ਮਨ ਸਾਕਤ ਅਵਸਥਾ ਵਿੱਚੋਂ ਨਿਕਲ ਜਾਂਦਾ ਹੈ। ਫਿਰ ਉਹ ਜਨ ਹੋ ਜਾਂਦਾ ਹੈ। ਉਸ ਦੀ ਦ੍ਰਿਸ਼ਟੀ ਫਿਰ ਹੋਰ ਤਰ੍ਹਾਂ ਦੀ ਹੋ ਜਾਂਦੀ ਹੈ। ਸੰਤਾਪ ਘਟ ਜਾਂਦੇ ਹਨ। ਹਰਕ ਸ਼ੋਕ ਨੀਵੇਂ ਪੈ ਜਾਂਦੇ ਹਨ। ਪੰਜਾਂ ਮਹਾਬਲੀਆਂ ਉੱਤੇ ਵਸੀਕਾਰ ਹੋਣ ਲੱਗ ਜਾਂਦਾ ਹੈ। ਪੰਜਾਂ ਇੰਦਰੀਆਂ ਤੋਂ ਪ੍ਰਾਪਤ ਹੋਣ ਵਾਲੇ ਸੁੱਖਾਂ ਵੱਲ ਰੁਚੀ ਢਿੱਲੀ ਪੈ ਜਾਂਦੀ ਹੈ। ਇਸ ਤੋਂ ਅੱਗੇ ਫਿਰ ਨਾਮ ਪ੍ਰਾਣਾਂ ਵਿੱਚ ਵਸ ਜਾਂਦਾ ਹੈ। ਯਥਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁੜ ਜਨਮ ਨਾ ਆਵਾਂ। ਫਿਰ ਰਜ਼ਾ ਦੀ ਸੋਝੀ ਪੈਣ ਲੱਗ ਜਾਂਦੀ ਹੈ। ਇਸ ਨੂੰ ਸਮਝ ਆਉਣ ਲੱਗ ਜਾਂਦੀ ਹੈ ਕਿ ਮੈਂ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਆਪਣੀ ਮਰਜ਼ੀ ਮੇਲਣੀ ਹੈ। ਮੈਂ ਆਪਣੀ ਨਿੱਕੀ ਜਿਹੀ ਅੰਤ ਵਾਲੀ ਮਰਜ਼ੀ ਵਿੱਚ ਅਨੰਤ ਰਜ਼ਾ ਨੂੰ ਨਹੀਂ ਮੇਲਣਾ। ਜਿਵੇਂ ਸਤਾਰ ਸੁਰ ਕਰਨ ਵਾਲਾ ਸਾਰੀਆਂ ਤਰਬਾਂ ਨੂੰ ਬਾਜ਼ ਦੀ ਸੁਰ ਨਾਲ ਇੱਕ ਸਵਰ ਕਰਦਾ ਹੈ, ਬਾਜ਼ ਦੀ ਸੁਰ ਨੂੰ ਤਰਬਾਂ ਨਾਲ ਸੁਰ ਨਹੀਂ ਕਰਦਾ। ਜਦੋਂ ਇਹ ਸੋਝੀ ਪੈਂਦੀ ਹੈ ਤਾਂ ਉਸ ਜਨ ਨੂੰ, ਗੁਰਸਿੱਖ ਨੂੰ ਗੁਰਮੁਖ ਆਖੀਦਾ ਹੈ। ਗੁਰਮੁਖ ਦਾ ਨਾਮ ਇਸ ਅਵਸਥਾ ਦਾ ਹੁੰਦਾ ਹੈ। ਗੁਰਮੁਖ ਰੋਮ ਰੋਮ ਹਰਿ ਧਿਆਵੈ। ਬਸ ਜਦ ਗੁਰਮੁਖ ਸਾਈਂ ਸੁਰ ਨਾਲ ਇੱਕ ਸਵਰ ਹੋ ਗਿਆ, ਉਸ ਨੂੰ ਫਿਰ ਪਿਆਰ ਦਾ ਸਾਰਾ ਖੇਲ ਦਿਸਦਾ ਹੈ। ਉਸ ਦੀ ਉੱਚੀ ਹੋ ਗਈ ਦ੍ਰਿਸ਼ਟੀ ਫਿਰ ਜਵਾਨ ਆਦਮੀ ਦੀ ਉੱਚੀ ਦ੍ਰਿਸ਼ਟੀ ਵਾਂਗੂ ਖਿਡਾਉਣਿਆਂ ਵਾਲੇ ਹਰਕ ਸ਼ੋਕ ਤੋਂ ਉੱਚੀ ਹੋ ਜਾਂਦੀ ਹੈ। ਮੈਂ ਨਹੀਂ ਕਹਿ ਸਕਦਾ ਕਿ ਮੈਂ ਤੁਹਾਨੂੰ ਗੁਰੂ ਜੀ ਦੇ ਆਸ਼ੇ ਨੂੰ ਠੀਕ ਤਰ੍ਹਾਂ ਦੱਸ ਰਿਹਾ ਹਾਂ ਕਿ ਨਹੀਂ, ਪਰ ਮੇਰਾ ਯਤਨ ਇਸ ਹੱਦ ਦਾ ਇਹੋ ਹੈ, ਜੇ ਇਸ ਤੋਂ ਆਪ ਦੇ ਦੁਖਤ ਚਿੱਤ ਨੂੰ ਕੁਝ ਸੁੱਖ ਮਿਲੇ ਤਾਂ ਅਨੰਤ ਦਾਤਾ ਦਾ ਸ਼ੁਕਰ ਹੈ। ਜੇ ਨਾ ਕੋਈ ਰਹਿਨੁਮਾਈ ਮਿਲੇ ਤਾਂ ਇਨਸਾਨੀ ਅਕਲ ਕਾਸਰ ਹੈ ਕਿ ਆਪਣੇ ਚਮਤਕਾਰ ਮਾਤਰ ਨਾਲ ਜਗਤ ਬੁਝਾਰਤ ਨੂੰ, ਬੱਦੀ ਤੇ ਪੀੜਾ ਦੀ ਮੁੰਦਾਵਣੀ ਨੂੰ ਖੋਲ ਸਕੇ। ਕਿਸੇ ਦਾਨੇ ਨੇ ਕਿਹਾ ਹੈ, ਕਸ ਨਾ ਕਸ਼ੂਦੋ ਨਾ ਕੁਸ਼ਾਇਦ ਬਾ ਹਿਕਮਤੀ ਮੁਅਮਰਾ। ਇਸ ਬੁਝਾਰਤ ਨੂੰ ਅਕਲ ਮਾਤਰ ਨਾਲ ਨਾ ਕਿਸੇ ਖੋਲਿਆ ਹੈ ਤੇ ਨਾ ਕੋਈ ਖੋਲ ਸਕਦਾ ਹੈ। ਕਿਉਂਕਿ ਸਾਡੀ ਜੋ ਅਕਲ ਹੈ, ਬੁੱਧੀ ਹੈ, ਜਾਂ ਜਿਸ ਨੂੰ ਇੰਟਲੈਕਟ ਆਖਦੇ ਹਨ, ਇਹ ਤਾਂ ਸਰੀਰ ਨੂੰ ਜਗਤ ਵਿੱਚ ਸੁਖੀ ਰੱਖਣ ਵਾਸਤੇ ਬਾਹਰਮੁਖੀ ਸੰਦ ਹੈ। ਇਹ ਸਾਨੂੰ ਬਾਹਰਲੇ ਪਸਾਰੇ ਵਿੱਚ ਲੈ ਜਾਂਦੀ ਹੈ ਤੇ ਪੰਜਾਂ ਇੰਦਰੀਆਂ ਦੀ ਤਾਕਤ ਦੇ ਹੱਦ ਬੰਨੇ ਵਿੱਚ ਰੱਖਦੀ ਹੈ। ਅਨੁਮਾਨ ਤੇ ਤਜਰਬੇ ਆਦਿਕਾਂ ਨਾਲ ਪਸਾਰੇ ਵਿੱਚ ਸਲਾਮਤੀ ਦੇ ਰਾਹ ਸਿਖਾਲਦੀ ਹੈ। ਅਨੰਤ ਅਸਲੀਅਤ
ਜੋ ਹੈ ਸੋ ਦ੍ਰਿਸ਼ਟਮਾਨ ਨਹੀਂ, ਉਹ ਦ੍ਰਿਸ਼ਟਾ ਹੈ। ਜਦੋਂ ਕਿਸੇ ਤਰੀਕੇ ਨਾਲ ਸਾਡੀ ਬੁੱਧੀ ਅੰਦਰੋਂ ਉਲਟੇ ਤੇ ਅੰਤਰਮੁਖ ਹੋਵੇ ਤਾਂ ਜੈਸਾ ਕਿ ਮਰਦਾਨੇ ਨੂੰ ਗੁਰੂ ਜੀ ਨੇ ਕਿਹਾ ਸੀ, ਇਹ ਬੁੱਧ ਇੱਕ ਤਰ੍ਹਾਂ ਨਾਲ ਮਰਦੀ ਹੈ ਤੇ ਇੱਕ ਹੋਰ ਬੁੱਧ ਉਪਜਦੀ ਹੈ। ਉਹ ਬੁੱਧ ਦ੍ਰਿਸ਼ਟਾ ਦੇ ਕਾਰਖਾਨੇ ਨੂੰ ਵੇਖਦੀ ਹੈ ਤੇ ਜੇ ਕਿਸੇ ਨੇ ਸਮਝਣਾ ਹੈ ਕਿ ਕਿਉਂ ਹੈ ਤੇ ਕਿਉਂ ਹੈ ਤਾਂ ਉਸ ਦਾ ਸਾਮਾਨ ਦ੍ਰਿਸ਼ਟਾ ਪਦ ਵਿੱਚ ਹੈ, ਦ੍ਰਿਸ਼ਟਮਾਨ ਵਿੱਚ ਨਹੀਂ। ਇਸ ਲਈ ਦ੍ਰਿਸ਼ਟਮਾਨ ਤੋਂ ਉੱਠ ਕੇ ਦ੍ਰਿਸ਼ਟਾ ਵਾਲੇ ਪਾਸੇ ਰੁਖ ਬਣੀਦਾ ਹੈ। ਬੰਦੇ ਬੰਦੇ ਜਦ ਦ੍ਰਿਸ਼ਟਾ ਪਦ ਵਿੱਚ ਜਾ ਟਿਕੀਦਾ ਹੈ ਤਾਂ ਦ੍ਰਿਸ਼ਟੀ ਬਦਲਦੀ ਹੈ, ਜੋ ਅਸਲੀਅਤ ਨੂੰ ਅਨੁਭਵ ਕਰਦੀ ਹੈ। ਜਾਣਨ ਦੀ ਹਾਲਤ ਹੱਦ ਬੰਨੇ ਵਾਲੀ ਹੈ ਤੇ ਅਨੁਭਵ ਦੀ ਹੱਦ ਬੇਹੱਦ ਵਿੱਚ ਹੈ। ਇਹ ਗੱਲਾਂ ਮਾਤਰ ਨਹੀਂ, ਹਰਨਾਮ ਸਿਮਰਨ ਨਾਲ ਇਸ ਦੀ ਪ੍ਰਾਪਤੀ ਦਾ ਅਸਲੀ ਰਾਹ ਸਤਿਗੁਰ ਨੇ ਦੱਸ ਦਿੱਤਾ ਹੈ, ਜੋ ਸੰਖੇਪ ਮਾਤਰ ਉੱਪਰ ਕਥਿਆ ਹੈ। ਜਿਸ ਹਾਲਤ ਵਿੱਚ ਅਸੀਂ ਹਾਂ, ਸਾਨੂੰ ਸਮਝਣਾ ਚਾਹੀਏ ਕਿ ਅਸੀਂ ਮਨ ਬੁੱਧੀ ਕਰਕੇ ਐਸੇ ਟਿਕਾਣੇ ਨਹੀਂ ਹਾਂ ਕਿ ਕੁੱਲ ਨੂੰ ਸਮਝ ਸਕੀਏ। ਜੋ ਹੋ ਰਿਹਾ ਹੈ ਸੋ ਹੁਕਮ ਹੈ। ਅਸੀਂ ਮਾਰਗ ਤੇ ਪੈ ਜਾਈਏ, ਸਮਾਂ ਆਵੇਗਾ ਕਿ ਅਸੀਂ ਅਸਲੀਅਤ ਨੂੰ ਅਨੁਭਵ ਕਰਾਂਗੇ। ਇਸ ਵੇਲੇ ਭਰੋਸਾ ਲੋੜੀਏ ਕਿ ਮੀਤ ਕਰੇ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ। ਤੁਸੀਂ ਲਿਖਦੇ ਹੋ ਕਿ ਤੁਸਾਂ ਸਤਸੰਗ ਕੀਤਾ ਹੈ ਤੇ ਕਿਸੇ ਮਹਾਂਪੁਰਖ ਨੇ ਤੁਹਾਨੂੰ ਆਖਿਆ ਹੈ ਕਿ ਚਪੇੜ ਪਿਤਾ ਪੁੱਤਰ ਨੂੰ ਮਾਰਦਾ ਹੈ, ਯਤੀਮ ਨੂੰ ਪਿਤਰੀ ਚਪੇੜ ਪ੍ਰਾਪਤ ਨਹੀਂ ਹੁੰਦੀ। ਜਦ ਐਸੇ ਦਿਲਾਸਾ ਦੇਣ ਵਾਲੇ ਤੇ ਇੱਕ ਫਿਕਰੇ ਵਿੱਚ ਸੁਮਤ ਦੇਣ ਵਾਲੇ ਮਹਾਂਪੁਰਖ ਦਾ ਸੰਗ ਤੁਹਾਨੂੰ ਪ੍ਰਾਪਤ ਹੈ ਤਾਂ ਡੋਲਣਾ ਕੁਛ ਨਹੀਂ ਸਵਾਰ ਸਕਦਾ। ਸ਼ੁਕਰ ਕਰਨਾ ਤੇ ਨਾਮ ਵਿੱਚ ਉੱਠਣਾ ਤੇ ਅੰਤਰਮੁਖ ਜੀਵਨ ਦਾ ਯਤਨ ਕਰਨਾ ਲਾਭਕਾਰੀ ਹੋ ਸਕਦਾ ਹੈ। ਵਾਹਿਗੁਰੂ ਰਹਿਮਤ ਕਰੇ ਤੇ ਇਸ ਖੇਦ ਵਿੱਚ ਆਪ ਨੂੰ ਠੰਡ, ਸ਼ਾਂਤੀ ਤੇ ਸੁਖ ਦੇਵੇ ਤੇ ਆਪ ਨੇ ਨੇੜੇ ਕਰੇ ਆਪ ਦਾ ਹਿਤਕਾਰੀ ਵੀਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।